कि पाप की जंजला काबलों धाया, जोरी मंगे दान बे लालो, धर्म कर्म दुई चुप खलोए, कूड़ फिरे प्रधान बे लालो। किसी कोले गड्डी नहीं हो बंदा बस चढ़ के चला जाऊ, किसी कोले मोबाइल नहीं हो बंदा होर कोई साधन राही सार लूगा, कोठी नहीं हो बंदा छन्न पा के रह लूगा, ते कपड़े नहीं होणगे बंदा पुराने कपड़े नाल सार लूगा, पर अन्न नहीं होऊगा बंदा जिउंदा नहीं रहना। मोदी ने कहते IT सैल बनाया होया, ਜਿਹੜੇ IT सैल च लगभग 35,000 बंदा भर्ती किया है, जिन्हां दा 10 घंटे दिन च उन्होंने तनख्वाह मिलती है। उन्होंने काम यह है कि ਜਿਹੜਾ कोई सोशल मीडिया ਤੇ ਸਾਡਾ कोई चल रहा है, मान लो किसान एकता मोर्चा का पेज चल रहा है, ਉਹਦੇ ਤੇ ਸਾਡਾ कोई लीडर बोल रहा है, आ स्टेज तो लाइव चल रहा है, ਇਹ ਤੇ ਸਾਡਾ कोई आगू बोल रहा है, ਤਾਂ ਥੱਲੇ कमेंट ਦੇ ਵਿੱਚ ਗਾਲਾਂ, ਉਹਦੇ ਬਾਰੇ ਮਾੜਾ ਸ਼ਬਦ, ਸਾਡੇ ਮੋਰਚੇ ਬਾਰੇ ਮਾੜੀਆਂ ਗੱਲਾਂ, ਉਹ ਲਗਾਤਾਰ ਆਉਣ ਲੱਗ ਜਾਣਗੇ। ਅਫਗਾਨਿਸਤਾਨ ਦੇ ਵਿੱਚ ਉੱਥੇ ਅਫਗਾਨਿਸਤਾਨ ਦੇ ਵਿੱਚ ਜਿਹੜੇ ਤੇਲ ਦੇ ਭੰਡਾਰ ਸੀ, ਉਹਨਾਂ ਤੇਲ ਦੇ ਭੰਡਾਰਾਂ ਤੇ ਕਬਜ਼ਾ ਕਰਨ ਵਾਸਤੇ ਅਮਰੀਕਾ ਨੇ ਉੱਥੇ ਹਮਲਾ ਕੀਤਾ। ਤੇ ਇਹ ਦੁਨੀਆ ਦੀ ਪਹਿਲੀ ਫਾਂਸੀ ਸੀ। ਸਦਾਮ ਹੁਸੈਨ ਨੂੰ ਫੜ ਕੇ ਲਿਜਾਇਆ ਗਿਆ, ਹੱਥ ਪਿੱਛੇ ਬੰਨ ਕੇ ਫਾਂਸੀ ਦੇ ਤਖਤੇ ਤੇ ਖੜਾ ਕੀਤਾ ਗਿਆ। ਤੇ ਫਾਂਸੀ ਦੇ ਤਖਤੇ ਤੇ ਜਦੋਂ ਦੋ ਜਲਾਦ ਉਹਨੂੰ ਖੜਾ ਕਰਦੇ ਆ, ਫਾਂਸੀ ਲਾਉਂਦੇ ਆ, ਫੋਟੋ ਆਉਂਦੀ ਹੈ, ਤਾਂ ਮਿੱਤਰੋ ਫੋਟੋ ਦੇਖਿਓ, ਫੋਟੋ 'ਚ ਕੀ ਵੱਖਰਾ ਦੂਜੀ ਫਾਂਸੀ ਨਾਲੋਂ। ਉਹ ਸਦਾਮ ਹੁਸੈਨ ਨੰਗੇ ਮੂੰਹ ਹੈ, ਤੇ ਜਿਹੜੇ ਜਲਾਦਾਂ ਨੇ ਫਾਹਾ ਦਿੱਤਾ ਮੂੰਹ ਟਕਿਆ ਹੋਇਆ। ਜਿੰਨੇ ਉਹਨਾਂ ਨੇ ਕੰਮ ਸੀ ਆਪਦੇ ਕੰਟਰੋਲ 'ਚ ਕਰ ਲਏ, ਠੇਕੇਦਾਰੀ ਸਿਸਟਮ 'ਚ ਕਰਕੇ ਸਾਰਾ ਕੁਝ ਉਹ ਕੰਪਨੀਆਂ ਦੇ ਕੰਟਰੋਲ 'ਚ ਹੈ। PWD ਮਹਿਕਮਾ ਸਾਡੀਆਂ ਸੜਕਾਂ ਬਣਾਉਂਦਾ ਸੀ, ਅੱਜ ਕਿਵੇਂ ਵਿਦੇਸ਼ੀ ਕੰਪਨੀਆਂ ਨੇ ਆ ਕੇ ਟੋਲ ਟੈਕਸ ਲਾ ਲਏ, ਕਿਉਂਕਿ ਉਹਨਾਂ ਦੇ ਕੰਟਰੋਲ 'ਚ ਹੋ ਗਿਆ। ਕਿਵੇਂ ਬਾਹਰਲੀਆਂ ਕੰਪਨੀਆਂ ਦੇ ਹਸਪਤਾਲ ਆ ਕੇ ਅੱਜ ਸਾਡੇ ਵੱਡੇ ਵੱਡੇ ਸ਼ਹਿਰਾਂ 'ਚ ਖੁੱਲ ਗਏ, ਸਰਕਾਰੀ ਹਸਪਤਾਲ ਖਤਮ ਹੋ ਗਏ। ਨਸ਼ਾ ਕਹਿੰਦੇ ਵੱਡੇ ਤੋਂ ਵੱਡੇ ਵਿਅਕਤੀ, ਵੱਡੇ ਤੋਂ ਵੱਡੇ ਗਿਆਨੀ ਦੀ ਵੀ ਬੋਲੀ ਬਦਲ ਦਿੰਦਾ ਹੈ। ਉਹ ਨਸ਼ਾ ਚਾਹੇ ਸ਼ਰਾਬ ਦਾ ਹੋਵੇ ਤੇ ਨਸ਼ਾ ਚਾਹੇ ਸੱਤਾ ਦਾ ਹੋਵੇ। ਹੁਣ ਜਦੋਂ ਦੀ ਮੋਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ, ਤਾਂ ਇਹ ਸੱਤਾ ਦਾ ਆਨੰਦ ਮਾਣਨ ਵਾਲੇ ਲੋਕਾਂ ਦੀ ਬੋਲੀ ਇਦੋਂ ਪਹਿਲਾਂ ਹੋਰ ਸੀ ਤੇ ਅੱਜ ਉਹਨਾਂ ਦੀ ਬੋਲੀ ਹੋਰ ਆ। ਅੱਜ ਦੇ ਕੱਲ ਦੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਨੀਤੀ ਆਯੋਗ ਦਾ, ਭਾਰਤੀ ਨੀਤੀ ਆਯੋਗ ਦਾ ਮੈਂਬਰ ਹੈ ਰਮੇਸ਼ ਚੰਦ, ਉਹਦਾ ਬਿਆਨ ਤੁਸੀਂ ਵੀ ਪੜ੍ਹਿਆ ਹੋਊ। ਉਹ ਕਹਿੰਦਾ ਵੀ ਕਿਸਾਨਾਂ ਦੇ ਭਲੇ ਵਾਸਤੇ, ਉਹਨਾਂ ਦੀ ਆਮਦਨ ਦੁੱਗਣੀ ਕਰਨ ਵਾਸਤੇ ਇਹ ਜਿਹੜੇ ਕਾਨੂੰਨ ਨੇ ਬਹੁਤ ਹੀ ਜ਼ਰੂਰੀ ਨੇ। ਇਹ ਰਮੇਸ਼ ਚੰਦ ਕੌਣ ਹੈ ਭਲਾ? ਇਹ ਰਮੇਸ਼ ਚੰਦ ਉਹੀ ਰਮੇਸ਼ ਚੰਦ ਹੈ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ, ਉਸ ਟਾਈਮ ਤੇ ਇੱਕ ਰਮੇਸ਼ ਚੰਦ ਨਾਂ ਦੀ ਕਮੇਟੀ ਬਣੀ ਸੀ, ਤੇ ਅਗਵਾਈ 'ਚ ਇੱਕ ਕਮੇਟੀ ਬਣੀ ਸੀ। ਭਾਰਤ ਦਾ ਜਿਹੜਾ ਕੌਮੀ ਖੇਤੀ ਲਾਗਤ ਤੇ ਮੁੱਲ ਕਮਿਸ਼ਨ ਹੈ, ਉਹਦੇ ਵੱਲੋਂ ਕਮੇਟੀ ਬਣੀ ਸੀ ਵੀ ਖੇਤੀ ਦੀਆਂ ਲਾਗਤਾਂ ਕੀ ਨੇ, ਉਹ ਖੇਤੀ ਦੀਆਂ ਲਾਗਤਾਂ 'ਚ ਕਿਹੜੀਆਂ ਕਿਹੜੀਆਂ ਚੀਜ਼ਾਂ ਸਹਾਈ ਨੇ, ਉਹਦੇ 'ਚ ਘਾਟਾ ਕਿਵੇਂ ਪੈ ਰਿਹਾ, ਖੇਤੀ ਦਾ ਵਪਾਰ ਹੈ ਜਿਹੜਾ, ਉਹਦੇ ਹਾਲਾਤ ਕੀ ਨੇ, ਇਹਦੀ ਰਿਪੋਰਟ ਦਿਓ। ਉਹਦੀ ਪੜਤਾਲ ਵਾਸਤੇ ਕਮੇਟੀ ਬਣੀ, ਜਿਹਦਾ ਮੁਖੀ ਉਹ ਰਮੇਸ਼ ਚੰਦ ਸੀ। ਇਦੋਂ ਪਹਿਲਾਂ ਜਿਹੜਾ ਸਵਾਮੀਨਾਥਨ ਕਮਿਸ਼ਨ ਬਣਿਆ, ਉਹਦੀਆਂ ਜਿਹੜੀਆਂ ਸਿਫਾਰਸ਼ਾਂ ਸੀ ਵੀ ਕਿਸਾਨ ਦੀ ਆਮਦਨ ਵਧਾਉਣ ਵਾਸਤੇ ਉਹਦੀਆਂ ਜਿਹੜੀਆਂ ਲਾਗਤਾਂ ਨੇ C2 ਫਾਰਮੂਲੇ ਦੇ ਮੁਤਾਬਕ ਉਹਦੀਆਂ ਲਾਗਤਾਂ ਦੀ ਗਿਣਤੀ ਕਰਕੇ ਉਹ ਤੋਂ 50% ਵੱਧ ਕੇ ਮੁਨਾਫਾ ਦਿਓ ਕਿਸਾਨ ਨੂੰ, ਫੇਰ ਕਿਸਾਨ ਬਚ ਸਕਦਾ ਹੈ। ਤੇ ਉਹਨੇ ਕੱਲੇ ਕੱਲੇ ਕਿਸਾਨ ਤੱਕ ਜਾ ਕੇ, ਸੰਸਥਾਵਾਂ ਤੱਕ ਜਾ ਕੇ ਉਹ ਸਵਾਮੀਨਾਥਨ ਕਮੇਟੀ ਨੇ ਆਪਦਾ ਕੰਮ ਕੀਤਾ ਸੀਗਾ। ਤਾਂ ਉਸੇ ਤਰੀਕੇ ਨਾਲ ਜਦੋਂ ਅਪ੍ਰੈਲ 2013 ਚ ਆ ਰਮੇਸ਼ ਚੰਦ ਦੀ ਅਗਵਾਈ ਚ ਕਮੇਟੀ ਬਣੀ, ਤਾਂ ਭਰਾਵੋ ਇਹ ਕਮੇਟੀ ਨੇ ਵੀ 2 ਸਾਲ ਕੰਮ ਕੀਤਾ। ਇਦੋਂ ਪਹਿਲਾਂ ਬਣੀਆਂ ਹੋਈਆਂ ਕਮੇਟੀਆਂ ਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ, ਉਹਦੀਆਂ ਰਿਪੋਰਟਾਂ, ਉਹਨਾਂ ਦੀ ਪੜਤਾਲ ਕਰੀ ਇਸ ਕਮੇਟੀ ਨੇ, ਕਿਸਾਨਾਂ ਤੱਕ ਪਹੁੰਚ ਕਰੀ ਤੇ ਸਿਫਾਰਸ਼ਾਂ ਕੀਤੀਆਂ ਕਿ ਜਿਹੜਾ
खेती का ਵਪਾਰ है, ये खेती के ਵਪਾਰ च नगदी फसलां ਜਿਹੜੀਆਂ किसान बीजदा ਉਹਦੇ ਕਰਕੇ ਉਹਨੂੰ ਰਿਸਕ ਵੱਧ ਹੁੰਦਾ। ਉਹ ਰਿਸਕ ਉਹਨੂੰ ਫਸਲਾਂ ਵੇਚਣ ਵੇਲੇ ਹੁੰਦਾ ਹੈ। ਕਈ ਵਾਰੀ ਜਿਹੜੀ ਫਸਲ ਦਾ ਪੂਰਾ ਮੁੱਲ ਨਹੀਂ ਮਿਲਦਾ ਉਹਨੂੰ, ਜਿਹੜਾ ਉਹ ਕਿਸਾਨ ਦੀ ਸਮੁੱਚੀ ਲਾਗਤ ਹੈ ਜਾਂ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਹੈ ਉਹਦੇ ਤੋਂ ਘੱਟ ਕੇ ਉਹਨੂੰ ਰੇਟ ਮਿਲਦਾ ਹੈ। ਜਿਹੜਾ ਉਹ ਰਿਸਕ ਹੈ ਉਹ ਰਿਸਕ ਨੂੰ ਸਰਕਾਰ ਪੂਰਾ ਕਰੇ, ਉਹ ਘਾਟਾ ਸਰਕਾਰ ਉਹਦਾ ਪੂਰਾ ਕਰੇ। ਤੇ ਇਸੇ ਰਮੇਸ਼ ਚੰਦ ਦੀ ਸਿਫਾਰਿਸ਼ ਸੀਗੀ ਕਿ ਜਿਹੜਾ ਪਰਿਵਾਰ ਖੇਤੀ ਕਰ ਰਿਹਾ ਹੈ ਘੱਟੋ ਘੱਟ ਉਹਦੇ ਮੁਖੀ ਨੂੰ ਨਿਪੁੰਨ ਕਾਮਾ ਮੰਨਿਆ ਜਾਵੇ, ਕਿਉਂਕਿ ਹਜ਼ਾਰਾਂ ਸਾਲਾਂ ਜੋ ਅਸੀਂ ਖੇਤੀ ਕਰ ਰਹੇ ਹਾਂ, ਸਾਡਾ ਜਿਹੜਾ ਇਹ ਪਿਤਾ ਪੁਰਖੀ ਕਿੱਤਾ ਹੈ, ਪਰਿਵਾਰ ਦਾ ਜਿਹੜਾ ਮੁਖੀ ਹੈ ਉਹ ਨਿਪੁੰਨ ਕੰਮ ਹੈ। ਉਹ ਨਿਪੁੰਨ ਕਾਮੇ ਦੇ ਬਰਾਬਰ ਉਹਦੀ ਉਜਰਤ ਤੈਅ ਕਰਕੇ ਉਹਦੇ ਲਾਗਤ ਦੇ ਵਿੱਚ ਜੋੜੀ ਜਾਵੇ। ਤੇ ਫਿਰ ਉਹਦਾ ਕਿਸਾਨ ਦਾ C2 ਫਾਰਮੂਲੇ ਤੋਂ ਬਾਅਦ ਇਹਨੇ ਹੋਰ ਸਿਫਾਰਸ਼ਾਂ ਕੀਤੀਆਂ ਵੀ ਜਿਹੜਾ ਕਿਸਾਨ ਦੇ ਸੰਦਾਂ ਦੀ ਕਸਾਈ ਹੈ ਉਹ ਕਸਾਈ ਉਹਦੀ ਲਾਗਤ ਸ਼ਾਮਲ ਕੀਤੀ ਜਾਵੇ। ਤੇ ਹੋਰ ਕੀਤਾ ਫਸਲ ਦੀ ਬਿਜਾਈ ਤੋਂ ਲੈ ਕੇ ਵਾਢੀ ਤੱਕ ਇਹ ਸਵਾਮੀਨਾਥਨ ਕਮਿਸ਼ਨ ਨੇ ਕੋਡ ਕੀਤੇ ਖਰਚੇ। ਪਰ ਫਸਲ ਬੀਜਣ ਤੋਂ ਪਹਿਲਾਂ ਵੱਢਣ ਤੋਂ ਬਾਅਦ ਵਿਚਾਲੇ ਸਮਾਂ ਹੁੰਦਾ ਸੀ, ਜ਼ਮੀਨ ਤਿਆਰ ਕਰਦੇ ਹਾਂ, ਹੁਣ ਅਸੀਂ ਕਣਕ ਦੀ ਫਸਲ ਵੱਢਾਂਗੇ, ਇਦੋਂ ਬਾਅਦ ਅਸੀਂ ਵਾਹਣ ਪੱਧਰ ਕਰਨ ਵਾਸਤੇ ਕੰਪਿਊਟਰ ਕਰਾ ਲੇਜ਼ਰ ਲੈਵਲਿੰਗ ਉਹ ਕਰਾਵਾਂਗੇ, ਕਿਸੇ ਨੀਵੇਂ ਜਗ੍ਹਾ ਦੇ ਵਿੱਚ ਮਿੱਟੀ ਉੱਚੀ ਥਾਂ ਤੋਂ ਚੱਕ ਕੇ ਪਾਵਾਂਗੇ। ਸਾਡੇ ਇਹ ਭੂਮੀ ਨੂੰ ਸੁਧਾਰ ਕਰਨ ਦੇ ਸਾਡੇ ਜਿਹੜੇ ਖਰਚੇ ਹੈ ਉਹ ਖਰਚੇ ਰਮੇਸ਼ ਚੰਦ ਦੀ ਅਗਵਾਈ ਜਿਹੜੀ ਕਮੇਟੀ ਬਣੀ ਉਹਨੇ ਸਿਫਾਰਿਸ਼ ਕੀਤੀ ਕਿ ਇਹ ਖਰਚੇ ਵੀ ਕਿਸਾਨ ਦੇ ਲਾਗਤਾਂ 'ਚ ਸ਼ਾਮਲ ਕੀਤੇ ਜਾਣ। ਇਹਨੂੰ ਕਿਸਾਨ ਪੱਖੀ ਸਿਫਾਰਿਸ਼ਾਂ ਮੰਨਿਆ ਗਿਆ। 2 ਸਾਲ ਇਹ ਕਮੇਟੀ ਨੇ ਕੰਮ ਕੀਤਾ। ਇਹਨੇ 1 ਅਪ੍ਰੈਲ 2015 ਦੇ ਵਿੱਚ ਰਮੇਸ਼ ਚੰਦ ਦੀ ਕਮੇਟੀ ਨੇ ਸਰਕਾਰ ਮੂਹਰੇ ਆਪਣੀਆਂ ਸਿਫਾਰਿਸ਼ਾਂ ਰੱਖੀਆਂ, ਕਿਸਾਨ ਪੱਖੀ ਸਿਫਾਰਿਸ਼ਾਂ ਮੰਨੀਆਂ ਗਈਆਂ। ਪਰ ਅੱਜ ਉਹੀ ਰਮੇਸ਼ ਚੰਦ ਕਹਿ ਰਿਹਾ ਹੈ ਕਿ ਆਹ ਜਿਹੜੇ ਮੋਦੀ ਨੇ ਕਾਨੂੰਨ ਬਣਾਏ ਨੇ, ਜਿਹੜੇ ਕਾਨੂੰਨ ਕਹਿੰਦੇ ਆ ਕਿ ਤੁਹਾਡੇ ਖੇਤਾਂ ਦੇ ਵਿੱਚ ਜੇ ਕਾਰਪੋਰੇਟ ਕੰਪਨੀਆਂ ਆ ਜਾਣ ਉਹ ਤੁਹਾਨੂੰ ਜਿਹੜੀ ਕੰਟਰੈਕਟ ਫਾਰਮਿੰਗ ਦੇ ਤਹਿਤ ਤੁਹਾਨੂੰ ਬੀਜ ਦੇਣ, ਤੁਹਾਨੂੰ ਖਾਦਾਂ ਦੇਣ, ਤੁਹਾਡੇ ਤੋਂ ਖੇਤੀ ਕਰਵਾਉਣ ਤੇ ਇੱਕ ਤੁਹਾਡੇ ਸਿਰ ਤੇ ਬੰਦਾ ਬਿਠਾਉਣ ਜਿਹੜਾ ਤੁਹਾਨੂੰ ਦੱਸੇ ਕਿਹੜਾ ਬੀਜ ਬੀਜਣਾ, ਕਦੋਂ ਪਾਣੀ ਲਾਉਣਾ, ਕਦੋਂ ਵੱਢਣਾ, ਕਦੋਂ ਸਪਰੇਅ ਕਰਨੀ ਹੈ। ਤਾਂ ਉਹ ਕਹਿੰਦੇ ਕਾਨੂੰਨ ਇਹ ਰਮੇਸ਼ ਚੰਦ ਕਹਿ ਰਿਹਾ ਵੀ ਕਿਸਾਨਾਂ ਦੇ ਫਾਇਦੇ ਵਾਸਤੇ ਹੈ। ਇਸ ਕਰਕੇ ਇਹਦੀ ਭਰਾਵੋ ਬੋਲੀ ਬਦਲ ਗਈ, ਇਹਦੇ ਸਿਰ ਨੂੰ ਸੱਤਾ ਦਾ ਨਸ਼ਾ ਚੜ ਗਿਆ, ਕਿਉਂਕਿ ਮੋਦੀ ਨੇ ਇਹਨੂੰ ਭਾਰਤ ਦਾ ਜਿਹੜਾ ਨੀਤੀ ਆਯੋਗ ਹੈ, ਜਿਹੜਾ ਆਯੋਗ ਨੀਤੀਆਂ ਬਣਾਉਂਦਾ ਭਾਰਤ ਦੇ ਬਾਰੇ ਵੀ ਕਿਵੇਂ ਖੇਤੀ ਚੱਲਣੀ ਹੈ, ਕਿਵੇਂ ਇਹਦੇ ਕਾਰਖਾਨੇ ਚੱਲਣੇ ਹੈ, ਉਹਦਾ ਇਹਨੂੰ ਕਮਿਸ਼ਨ ਦਾ ਮੈਂਬਰ ਬਣਾਤਾ। ਇਹਦੀਆਂ 5 ਉਂਗਲਾਂ ਘਿਓ 'ਚ ਹੋ ਗਈਆਂ, ਹੁਣ ਇਹ ਮੋਦੀ ਦੀ ਬੋਲੀ ਬੋਲਣ ਲੱਗ ਗਿਆ। ਇਸ ਕਰਕੇ ਭਰਾਵੋ ਇਹ ਜਿਹੜੇ ਇਸ ਤਰ੍ਹਾਂ ਦੇ ਕਮਿਸ਼ਨ ਕਮੇਟੀਆਂ ਹੁੰਦੀਆਂ ਉਹ ਲੋਕਾਂ ਦੇ ਗੁੱਸੇ ਨੂੰ ਠੰਡਾ ਕਰਨ ਵਾਸਤੇ, ਮਾਮਲਿਆਂ ਨੂੰ ਲਮਕਾਉਣ ਵਾਸਤੇ ਹੁੰਦੀਆਂ। ਜਿਵੇਂ ਹੁਣ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਸੀ 3 ਮੈਂਬਰੀ, ਜਿਹੜੀ ਕਮੇਟੀ ਆ ਸਾਡੇ ਕਿਸਾਨੀ ਬਿੱਲਾਂ ਦੇ ਮੁੱਦੇ ਦਾ ਹੱਲ ਕਰਨ ਵਾਸਤੇ ਬਣਾਈ ਸੀ। ਉਹ ਕਮੇਟੀ 'ਚ ਆਪਦੇ ਮੈਂਬਰ ਸਰਕਾਰ ਨੇ ਪਾਏ ਸੁਪਰੀਮ ਕੋਰਟ ਰਾਹੀਂ, ਤੇ ਉਹ ਕਮੇਟੀ ਕਹਿੰਦੀ ਕਿ ਅਸੀਂ 17-18 ਸੂਬਿਆਂ ਦੇ ਵਿੱਚ ਜਾ ਕੇ ਉਹਨਾਂ ਦੇ ਮੁੱਖ ਮੰਤਰੀਆਂ ਨੂੰ ਮਿਲਿਆ, ਲੋਕਾਂ ਨੂੰ ਮਿਲਿਆ ਤੇ 17 ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਨਾਲ ਗੱਲ ਕੀਤੀ ਆ। ਫਿਰ ਉਹ ਸੀਲ ਬੰਦ ਕਰਕੇ ਰਿਪੋਰਟ ਕੱਲ ਸੁਪਰੀਮ ਕੋਰਟ 'ਚ ਉਹ ਕਮੇਟੀ ਨੇ ਦਿੱਤੀ। ਤੇ ਉਹ ਰਿਪੋਰਟ ਕੀ ਹੋਊਗੀ, ਉਹਦੀ ਸਿਫਾਰਸ਼ਾਂ ਕੀ ਹੋਣਗੀਆਂ, ਸਾਨੂੰ ਪਹਿਲਾਂ ਹੀ ਪਤਾ, ਚਾਹੇ ਉਹ ਲਿਫਾਫੇ 'ਚ ਬੰਦ ਆ। ਉਹਦਾ ਤੱਤਸਾਰ ਇਹ ਹੋਊਗਾ ਕਿ ਇਹ ਕਾਨੂੰਨ ਸਮੇਂ ਦੇ ਹਿਸਾਬ ਨਾਲ ਇਹ ਠੀਕ ਨੇ, ਇਹ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਗੇ। ਜਿਹੜੇ ਕਿਸਾਨਾਂ ਦੇ ਸ਼ੰਕੇ ਨੇ ਉਹ ਸ਼ੰਕੇ ਸਰਕਾਰ ਨੂੰ ਦੂਰ ਕਰਨੇ ਚਾਹੀਦੇ ਆ। ਮੰਨ ਲਓ ਸੋਧਾਂ ਤੇ ਲਿਆ ਕੇ ਉਹ ਕਮੇਟੀ ਖੜਾਊਗੀ ਸਾਨੂੰ, ਆਹ ਉਹਦੇ ਸਿਫਾਰਸ਼ਾਂ ਨੇ, ਹੋਰ ਉਹਦੇ 'ਚ ਕੀ ਆ। ਸੋ ਇਸ ਕਰਕੇ ਭਰਾਵੋ ਸਾਨੂੰ ਸਾਡਾ ਸਾਰਾ ਧਿਆਨ ਇਸ ਗੱਲ ਤੇ ਲਾਉਣਾ ਚਾਹੀਦਾ ਕਿ ਆਹ ਜਿਹੜਾ ਅੰਦੋਲਨ ਹੈ, ਇਸ ਅੰਦੋਲਨ ਦੇ ਰਾਹੀਂ ਇਹਨਾਂ ਕਾਨੂੰਨਾਂ ਦਾ ਹੱਲ ਹੋਣਾ। ਹੋਰ ਕੋਈ ਕਮੇਟੀ, ਕੋਈ ਕਮਿਸ਼ਨ, ਕੋਈ ਸੁਪਰੀਮ ਕੋਰਟ, ਕੋਈ ਸਰਕਾਰ, ਕਿਸੇ ਨੇ ਭਰਾਵੋ ਕੱਖ ਨਹੀਂ ਕਰਨਾ। ਸੋ ਇਸ ਕਰਕੇ ਸਾਡਾ ਟਿੱਲ ਦਾ ਜ਼ੋਰ ਇਸ ਗੱਲ ਤੇ ਹੋਣਾ ਚਾਹੀਦਾ ਕਿ ਆਹ ਅੰਦੋਲਨ ਕਿਵੇਂ ਲਗਾਤਾਰ ਸਰਵਾਈਵ ਕਰੇ, ਕਿਵੇਂ ਖੜਾ ਰਹੇ, ਕਿਵੇਂ ਅੱਗੇ ਵਧੇ। ਇਸ ਗੱਲ ਤੇ ਅਸੀਂ ਆਪਦਾ ਧਿਆਨ ਦੇਣਾ। ਜਿਵੇਂ ਅਰਜਨ ਦਾ ਜਦੋਂ ਇਮਤਿਹਾਨ ਹੋਇਆ, ਸਵੰਬਰ ਰਚਾਇਆ ਗਿਆ ਸੀ, ਉਦੋਂ ਮੱਛੀ ਦੀ ਅੱਖ ਦੇ ਵਿੱਚ ਨਿਸ਼ਾਨਾ ਲਾਉਣਾ ਸੀਗਾ, ਜਿਹੜੀ ਉੱਪਰ ਘੁੰਮ ਰਹੀ ਸੀ, ਤੇਲ ਦੇ ਕੜਾਹੇ 'ਚ ਦੇਖ ਕੇ ਨਿਸ਼ਾਨਾ ਲਾਉਣਾ ਸੀ। ਉਸੇ ਤਰੀਕੇ ਸਾਨੂੰ ਉਹ ਨਿਸ਼ਾਨਾ ਸਾਡਾ ਖੇਤੀ ਕਾਨੂੰਨ ਰੱਦ ਕਰਾਉਣਾ ਤੇ ਸਾਨੂੰ ਉਹ ਖੇਤੀ ਕਾਨੂੰਨ ਹੀ ਦਿਖਣੇ ਚਾਹੀਦੇ ਆ ਉਹਨਾਂ ਚਿਰ ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ।
ਭਰਾਵੋ ਮਸਲੇ ਹੋਰ ਬਹੁਤ ਹੈ ਪੰਜਾਬ ਦੇ, ਹੋਰ ਬਹੁਤ ਹਰਿਆਣੇ ਦੇ ਮਸਲੇ ਹੋ ਸਕਦੇ ਆ, ਦੂਜੇ ਸੂਬਿਆਂ ਦੇ ਮਸਲੇ ਹੋ ਸਕਦੇ ਆ, ਸਾਡੇ ਧਰਮ ਦੇ ਮਸਲੇ ਹੋ ਸਕਦੇ ਆ, ਹੈਗੇ ਵੀ ਆ। ਪਰ ਅੱਜ ਅਸੀਂ ਜੇ ਆ ਖੇਤੀ ਕਾਨੂੰਨਾਂ ਤੇ ਲੜ ਰਹੇ ਹਾਂ ਤਾਂ ਅੱਜ ਦੀ ਘੜੀ ਆ ਖੇਤੀ ਕਾਨੂੰਨ ਸਾਡੇ ਮਸਲੇ ਹੋਣੇ ਚਾਹੀਦੇ ਆ। ਜੇ ਆ ਖੇਤੀ ਕਾਨੂੰਨ ਅਸੀਂ ਰੱਦ ਕਰਾ ਲਾਂਗੇ ਤਾਂ ਜਿਹੜੇ ਘੋੜੇ ਤੇ ਆ ਮੋਦੀ ਚੜਿਆ, ਜਿਹੜਾ ਅਸ਼ਵਮੇਘ ਜੱਗ ਦਾ ਇਹਨੇ ਘੋੜਾ ਛੱਡਿਆ ਵੀ ਕੋਈ ਇਹ ਘੋੜੇ ਨੂੰ ਫੜ ਨਹੀਂ ਸਕਦਾ, ਕੋਈ ਮੋਦੀ ਨੂੰ ਉਹਦੀ ਕਹੀ ਗੱਲ ਤੋਂ ਪਿੱਛੇ ਨਹੀਂ ਮੋੜ ਸਕਦਾ। ਉਹਦਾ ਅਸ਼ਵਮੇਘ ਜੱਗ ਦਾ ਘੋੜਾ ਕਿਸਾਨਾਂ ਨੇ ਰੋਕਿਆ ਹੋਇਆ। ਜੇ ਉਹਨੂੰ ਘੋੜੇ ਤੋਂ ਥੱਲੇ ਲਾ ਲਿਆ ਕਾਨੂੰਨ ਰੱਦ ਕਰਾ ਕੇ ਤਾਂ ਬਾਕੀ ਮਸਲੇ ਵੀ ਆਪਣੇ ਹੱਲ ਹੋ ਜਾਣੇ ਆ। ਸੋ ਇਹ ਹੈ ਤੱਤਸਾਰ। ਇਸ ਕਰਕੇ ਅੱਜ ਦੀ ਘੜੀ ਸਾਡਾ ਇਹ ਮੁੱਖ ਮਸਲਾ ਬਣਾਉਂਦੇ ਹੋਏ ਸਾਰੀਆਂ ਕਿਸਾਨ ਜਥੇਬੰਦੀਆਂ, ਸਾਰੀਆਂ ਧਾਰਮਿਕ ਸੰਸਥਾਵਾਂ, ਸਮਾਜਿਕ ਸੰਸਥਾਵਾਂ, ਸਾਰਿਆਂ ਦਾ ਇੱਕੋ ਇੱਕ ਮਕਸਦ ਹੋਣਾ ਚਾਹੀਦਾ, ਖੇਤੀ ਕਾਨੂੰਨ ਜਿਹੜੇ ਉਹ ਰੱਦ ਕਰਾਉਣੇ। ਸੋ ਇਸ ਤੋਂ ਬਿਨਾ ਸਰਕਾਰ ਦੇ ਵਿੱਚ ਹੋਰ ਬਹੁਤ ਸਾਰੀਆਂ ਸਕੀਮਾਂ ਇਹ ਲੈ ਕੇ ਆਉਂਦੇ ਆ, ਅੱਡ ਅੱਡ ਸਾਡੇ ਸਮਾਜ ਨੂੰ ਪਾਟਣ ਵਾਸਤੇ ਵੀ ਇਸ ਮਸਲੇ ਤੇ ਲੋਕ ਇਕੱਠੇ ਨਾ ਹੋਣ। ਤੇ ਸਾਡੇ ਬਹੁਤ ਸਾਰੇ ਲੋਕ ਸਰਕਾਰ ਨੂੰ ਮੌਕਾ ਦਿੰਦੇ ਆ ਕਿ ਉਹ ਸਰਕਾਰ ਕਿਸੇ ਗਲੀ ਨਿਕਲੇ, ਆਪਦੀ ਸਮਝ ਦੀ ਘਾਟ ਕਰਕੇ ਵੀ, ਤੇ ਕੁਛ ਕਿਸੇ ਦੀ ਮੰਨ ਲਓ ਖਸਲਤੀ ਐਸੀ ਹੁੰਦੀ ਹੈ ਵੀ ਉਹਨੇ ਪਟਿੱਟ ਪਾਉਣਾ ਹੀ ਪਾਉਣਾ। ਸੋ ਆਪਾਂ ਭਰਾਵੋ ਇਹਨਾਂ ਗੱਲਾਂ ਤੋਂ ਸੁਚੇਤ ਰਹੀਏ। ਜਿਵੇਂ ਉਹ ਮਲੋਟ ਦੀ ਘਟਨਾ ਹੋਈ ਹੈ ਜਾਂ ਇੱਕ ਦੋ ਹੋਰ ਘਟਨਾਵਾਂ ਹੋਈਆਂ ਨੇ, ਉਹਨਾਂ ਨਾਲ ਸਾਡੇ ਖੇਤੀ ਕਾਨੂੰਨਾਂ ਦਾ ਰੱਦ ਕਰਾਉਣ ਲਈ ਕਿੰਨਾ ਕੁ ਫਾਇਦਾ ਮਿਲਿਆ। ਤੇ ਜਿਹੜੀ ਭਾਜਪਾ ਉਹ ਚੂਹੇ ਵਾਂਗੂ ਖੱਡ 'ਚ ਬੜੀ ਹੋਈ ਸੀ, ਉਹਨੂੰ ਖੱਡ 'ਚੋਂ ਬਾਹਰ ਜਦੋਂ ਮਾੜਾ ਜਿਵੇਂ ਚੂਹਾ ਨੱਕ ਜਾ ਕੱਢਦਾ ਹੁੰਦਾ ਡੰਡਾ ਮਾਰਦੇ ਆਪਾਂ, ਉਸ ਤਰੀਕੇ ਕਿਸਾਨ ਪੂਰੇ ਦੇਸ਼ 'ਚ ਖਾਸ ਕਰ ਹਰਿਆਣੇ ਤੇ ਪੰਜਾਬ 'ਚ ਖੱਡ 'ਚੋਂ ਮੂੰਹ ਨਹੀਂ ਬਾਹਰ ਕੱਢਣ ਦਿੰਦੇ ਸੀ। ਤੇ ਉਹ ਇੱਕ ਘਟਨਾ ਦਾ ਬਹਾਨਾ ਲੈ ਕੇ ਉਹਦਾ ਲਾਹਾ ਇਹਨਾਂ ਨੂੰ ਸਿੱਧੇ ਤੌਰ ਤੇ ਮਿਲਿਆ, ਥਾਂ ਥਾਂ ਮੁਜ਼ਾਹਰੇ ਕੀਤੇ, ਝੁੰਡਾਂ ਦੇ ਰੂਪ ਦੇ ਵਿੱਚ ਬਾਹਰ ਆਏ, ਕੱਲ ਹਰਿਆਣੇ 'ਚ ਕੀਤੇ, ਪਰਸੋਂ ਪੰਜਾਬ 'ਚ ਕੀਤੇ, ਵੀ ਇਹ ਕਿਤੇ ਲਾਹਾ ਨਾ ਸਾਡੀ ਕਿਸੇ ਇੱਕ ਛੋਟੀ ਜਿਹੀ ਗਲਤੀ ਕਰਕੇ ਲੈ ਜਾਣ। ਇਹਨਾਂ ਗੱਲਾਂ ਦਾ ਧਿਆਨ ਸਾਨੂੰ ਰੱਖਣਾ ਪਊ। ਇਹ ਗੁਆਂਢੀਆਂ ਨੇ ਨਹੀਂ ਰੱਖਣਾ, ਇਹ ਧਿਆਨ ਅਸੀਂ ਰੱਖਣਾ। ਅਸੀਂ ਲੜਾਈ ਲੜ ਰਹੇ ਹਾਂ। ਸਿਆਣੇ ਬੰਦੇ ਕਹਿੰਦੇ ਕਿ ਹਥਿਆਰ ਕਿਹੜਾ ਕਾਮਯਾਬ ਹੁੰਦਾ। ਮੇਰੇ ਵਰਗਾ ਕੋਈ ਪੁੱਛਦਾ ਸਿਆਣੇ ਬੰਦੇ ਨੂੰ ਕਿ ਮੈਂ ਹਥਿਆਰ ਲੈਣਾ, ਮੈਂ ਕਿਹੜਾ ਹਥਿਆਰ ਲਵਾਂ ਜਿਹੜਾ ਮੇਰੇ ਕੰਮ ਆਵੇ, ਤਾਂ ਉਹ ਸਿਆਣਾ ਬੰਦਾ ਕਹਿੰਦਾ ਵੀ ਭਾਈ ਹਥਿਆਰ ਉਹ ਜਿਹੜਾ ਵੇਲੇ ਸਿਰ ਕੰਮ ਆਵੇ। ਤੇ ਅੱਜ ਦੀ ਘੜੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸਾਡਾ ਹਥਿਆਰ ਕੀ ਆ? ਸਾਡਾ ਹਥਿਆਰ ਸਾਡਾ ਅੰਦੋਲਨ ਹੈ। ਇਹ ਹਥਿਆਰ ਦੀ ਸਾਡੇ ਅੰਦੋਲਨ ਦੀ ਤਾਕਤ ਕੀ ਹੈ? ਤਿੰਨ ਚੀਜ਼ਾਂ ਨੇ ਸਾਡੀ ਤਾਕਤ। ਪਹਿਲੀ ਤਾਕਤ ਇਹ ਹੈ ਕਿ ਅਸੀਂ ਰਾਜਨੀਤਿਕ ਜਿਹੜੀਆਂ ਭੇਡਾਂ ਨੇ ਉਹਨਾਂ ਰਾਜਨੀਤਿਕ ਭੇਡਾਂ ਨੂੰ ਸਾਡੇ ਇਸ ਅੰਦੋਲਨ ਤੋਂ ਦੂਰ ਰੱਖਿਆ ਹੋਇਆ, ਮੂੰਹ ਨਹੀਂ ਮਾਰ ਸਕਦੀਆਂ ਉਹ। ਦੂਜੀ ਸਾਡੀ ਤਾਕਤ ਹੈ ਸਾਡਾ ਏਕਾ। ਐਡੀ ਵੱਡੀ ਪੱਧਰ ਤੇ ਏਕਾ ਅੱਜ ਤੱਕ ਕਦੇ ਹੋਇਆ ਨਹੀਂ ਸਾਡੇ ਦੇਸ਼ ਦੇ ਵਿੱਚ ਜਿੱਡੀ ਵੱਡੀ ਪੱਧਰ ਤੇ ਹੁਣ ਹੋਇਆ। ਪੰਜਾਬ ਦੀਆਂ 32 ਜਥੇਬੰਦੀਆਂ ਨੇ, ਉਹਦੇ 'ਚ ਕਈ ਤਾਂ ਐਸੀਆਂ ਨਹੀਂ ਜਿਹੜੀਆਂ ਇੱਕ ਦੂਜੇ ਤੋਂ ਬਿਲਕੁਲ ਪਰਾਂ ਮੂੰਹ ਸੀ ਉਹਨਾਂ ਦੇ, ਉਹਨਾਂ ਦੀ ਵਿਚਾਰਧਾਰਾ ਅੱਡ ਹੈ। ਕੁਛ ਨਾਸਤਿਕ ਕਿਸਮ ਦੇ ਵਿਚਾਰਾਂ ਨੂੰ ਮੰਨਣ ਵਾਲੇ ਆ, ਕੁਛ ਬਿਲਕੁਲ ਧਾਰਮਿਕ ਵਿਚਾਰਾਂ ਦੇ ਧਾਰਨੀ ਆ, ਬਿਲਕੁਲ ਅੱਡ। ਤਾਂ ਉਹਦੇ ਬਾਵਜੂਦ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਉਹ ਇਕਮੁੱਠ ਹੋ ਗਈਆਂ। ਇਸ ਤੋਂ ਬਾਅਦ ਹਰਿਆਣੇ ਵਾਲੇ ਜਿਹਦਾ ਮੰਨ ਲਓ ਵੱਡਾ ਪਾੜਾ ਪਾਣੀਆਂ ਦੇ ਮਸਲੇ ਤੇ ਹੋਰ ਮੁੱਦਿਆਂ ਤੇ ਪੰਜਾਬ ਹਰਿਆਣੇ 'ਚ ਪਾੜਾ ਪਾਇਆ ਹੋਇਆ ਸੀ। ਲੀਡਰਾਂ ਨੇ ਲੰਮੇ ਸਮੇਂ ਤੋਂ ਆਪਦੀ ਬੋਰਡ ਸਿਆਸਤ ਕਰ ਰਹੇ ਸੀ ਉਹਨਾਂ ਮੁੱਦਿਆਂ ਤੇ ਇਹ ਵੀ ਅੱਡੋ ਅੱਡੀ ਸੀ, ਇਹ ਵੀ ਇਕੱਠੇ ਹੋ ਗਏ। ਇਸ ਤੋਂ ਵੀ ਅੱਗੇ ਸਾਡੇ ਮੁਲਕ ਦੇ ਵਿੱਚ ਲਗਭਗ 550 ਜਥੇਬੰਦੀਆਂ ਜਿਨ੍ਹਾਂ ਦੀ ਬੋਲੀ ਕਰਨਾਟਕ ਵਾਲਿਆਂ ਦੀ ਸਾਨੂੰ ਸਮਝ ਨਹੀਂ ਆਉਂਦੀ, ਤਾਮਿਲਨਾਡੂ ਵਾਲੇ ਤਾਮਿਲ ਬੋਲਦੇ ਆ, ਉਹ ਨਹੀਂ ਸਾਨੂੰ ਪਤਾ ਲੱਗਦਾ ਕੀ ਕਹਿ ਰਹੇ ਆ, ਉਹਨਾਂ ਦੀ ਬੋਲੀ ਨਹੀਂ ਸਮਝ ਆਉਂਦੀ, ਉਹਦੇ ਬਾਵਜੂਦ ਉਹ ਇਕੱਠੀਆਂ ਹੋ ਗਈਆਂ। ਅੱਜ ਭਾਰਤ ਦੇ ਲਗਭਗ ਜਦੋਂ ਬੰਦ ਹੋਇਆ ਉਹਦਾ ਅਸਰ ਭਾਰਤ ਦੇ 21 ਸੂਬਿਆਂ 'ਚ ਪਿਆ ਤੇ 9 ਸੂਬਿਆਂ 'ਚ ਐ ਡਟ ਕੇ ਬੰਦ ਹੋਇਆ। ਤੇ ਐਡੀ ਵੱਡੀ ਏਕਤਾ, ਇਹ ਏਕਤਾ ਸਾਡਾ ਵੱਡਾ ਹਥਿਆਰ ਬਣ ਕੇ ਸਾਡੇ ਸਾਹਮਣੇ ਆਈ ਹੈ। ਤੇ ਤੀਸਰਾ ਸਾਡਾ ਵੱਡਾ ਹਥਿਆਰ ਕੀ ਹੈ? ਸਾਡਾ ਵੱਡਾ ਹਥਿਆਰ ਹੈ ਇਸ ਅੰਦੋਲਨ 'ਚ ਨੂੰ ਸ਼ਾਂਤਮਈ ਤਰੀਕੇ ਨਾਲ ਲੜਨਾ। ਇਹ ਸਾਡਾ ਵੱਡਾ ਹਥਿਆਰ ਹੈ। ਤੇ ਇਹਨਾਂ 'ਚੋਂ ਅਸੀਂ ਆਪਦਾ ਕੋਈ ਇੱਕ ਵੀ ਪੁਆਇੰਟ ਹੈ ਜਿਹੜਾ ਉਹਨੂੰ ਖਤਮ ਕਰ ਲਿਆ, ਉਹਨੂੰ ਅਸੀਂ ਆਪਦੇ ਹਥਿਆਰ ਨੂੰ ਸੁੱਟਤਾ ਤੇ ਭਰਾਵੋ ਅਸੀਂ ਕਿੱਧਰਲੇ ਪਾਸੇ ਜਾਵਾਂਗੇ? ਸਾਡੇ ਨੁਕਸਾਨ ਵਾਲੇ ਪਾਸੇ ਅਸੀਂ ਜਾਵਾਂਗੇ। ਇਸ ਕਰਕੇ ਸਾਡੇ ਤਿੰਨੋਂ ਹਥਿਆਰਾਂ ਨੂੰ ਸਾਨੂੰ ਮਜ਼ਬੂਤੀ ਨਾਲ ਫੜ ਕੇ ਰੱਖਣਾ ਹੋਊਗਾ ਜੇ ਇਹ ਅੰਦੋਲਨ ਨੂੰ ਜਿੱਤ ਤੱਕ ਲੈ ਕੇ ਜਾਣਾ ਹੈ। ਇਹ ਸਾਡਾ ਮੰਨਣਾ ਨਹੀਂ, ਇਹ ਸਾਡਾ ਯਕੀਨ ਹੈ, ਪੂਰਨ ਯਕੀਨ ਹੈ ਕਿ ਅਸੀਂ ਇਸੇ ਤਰੀਕੇ ਨਾਲ ਜਿੱਤਾਂਗੇ।
क्योंकि ਜਿਹੜਾ ਸਾਡਾ ਦੁਸ਼ਮਣ ਹੈ, ਉਸ ਜਿਹੜੇ ਦੁਸ਼ਮਣ ਨਾਲ ਅਸੀਂ ਮੁਕਾਬਲਾ ਕਰ ਰਹੇ ਹਾਂ, ਉਹ ਦੁਸ਼ਮਣ ਡਾਢਾ ਹੈ। ਉਹਦੇ ਕੋਲੇ ਵੀ ਤਾਕਤ ਹੈ। ਜੇ ਕਹਿੰਦੇ ਲੋਕਾਂ ਦੀ ਸਭ ਤੋਂ ਵੱਡੀ ਤਾਕਤ ਲੋਕਾਂ ਕੋਲੇ ਹੁੰਦੀ ਹੈ, ਪਰ ਉਹਨੇ ਸਾਡੀ ਤਾਕਤ ਆਪਦੇ ਮੁੱਠੀ ਹੇਠ ਕੀਤੀ ਹੋਈ ਹੈ। ਪੁਲਿਸ, ਫੌਜ, ਜੇਲਾਂ, ਕਚਹਿਰੀਆਂ, ਹੋਰ ਜਿੰਨਾ ਸਾਡਾ ਸਿਸਟਮ ਹੈ, ਉਹ ਸਾਰੇ ਦੇ ਉੱਤੇ ਕੰਟਰੋਲ ਕਰਕੇ ਬੈਠਾ ਹੈ। ਸਾਡੇ ਧੀਆਂ ਪੁੱਤੋਂ ਨੇ ਸਾਡੇ ਅੱਗੇ ਕਰ ਦੇਣੇ ਹੁੰਦੇ ਆ ਜਦੋਂ ਕੋਈ ਗੱਲ ਹੁੰਦੀ ਹੈ। ਇਸ ਕਰਕੇ ਉਹਦੇ ਨਾਲ ਲੜਾਈ ਦੇ ਪੈਂਤੜੇ, ਉਹ ਸਾਨੂੰ ਪੈਂਤੜੇ ਬਣਾ ਕੇ ਲੜਾਈ ਲੜਨੀ ਪੈ ਰਹੀ ਹੈ। ਇਸ ਕਰਕੇ ਭਰਾਵੋ, ਜੇ ਅਸੀਂ ਕਿਸੇ ਤਰ੍ਹਾਂ ਦੀ ਹਿੰਸਕ ਕਾਰਵਾਈ 'ਚ ਪੈਂਦੇ ਆ, ਜੇ ਅਸੀਂ ਕਿਸ ਤਰ੍ਹਾਂ ਦੀ ਉਹ ਜਿਹੜੀ ਸਰਕਾਰ ਚਾਹੁੰਦੀ ਹੈ ਉਸ ਤਰ੍ਹਾਂ ਦੀ ਕਾਰਵਾਈ 'ਚ ਪੈਂਦੇ ਆ, ਤਾਂ ਉਹ ਤਿਆਰ ਬੈਠੇ ਆ ਨਾਲ ਦੀ ਨਾਲ ਪਲਟਾ ਮਾਰ ਕੇ ਉਹ ਮਾਰਨਗੇ ਅੰਦੋਲਨ ਨੂੰ। ਇਸ ਕਰਕੇ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਦੇ ਹੋਏ ਸਾਨੂੰ ਜਿਹੜੇ ਤਬਕੇ ਨਹੀਂ ਹਜੇ ਤੁਰੇ, ਉਹਨਾਂ ਤਬਕਿਆਂ ਨੂੰ ਨਾਲ ਜੋੜਨ ਦੀ ਗੱਲ ਕਰਨੀ ਚਾਹੀਦੀ ਹੈ, ਨਾ ਕਿ ਕਿਸੇ ਗੱਲ ਤੇ ਭੜਕ ਜਾਣਾ ਚਾਹੀਦਾ। ਸਰਕਾਰ ਭੜਕਾਉਣ ਨੂੰ ਫਿਰਦੀ ਹੈ, ਉਹਦੇ ਕੋਲੇ ਬਹੁਤ ਸਾਰੇ ਸਾਧਨ ਹੈ। ਆ ਜਿਹੜੇ ਮੈਂ ਸਾਧਨਾਂ ਦੀ ਗੱਲ ਕਰਕੇ ਹਟਿਆ, ਇਦੋਂ ਬਿਨਾ ਉਹਦੇ ਕੋਲੇ ਮੀਡੀਆ, ਇਦੋਂ ਬਿਨਾ ਇਹਦੇ ਕੋਲੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਏਜੰਸੀਆਂ, IB ਵਰਗੀਆਂ, ਜਿਹੜੀਆਂ ਏਜੰਸੀਆਂ ਰਾਹੀਂ ਸਾਡੇ ਵਰਗੇ ਬੰਦੇ ਭਰਤੀ ਕੀਤੇ ਹੋਏ ਉਹਨਾਂ ਨੇ। ਸਾਡੇ ਵਰਗੀ ਦੇਖਣ ਨੂੰ ਕਿਸਾਨ ਲੱਗਦੇ ਆ, ਦੇਖਣ ਨੂੰ ਸਿੱਖ ਲੱਗ ਸਕਦੇ ਆ, ਦੇਖਣ ਨੂੰ ਕੋਈ ਹਿੰਦੂ ਵੀਰ ਲੱਗ ਸਕਦੇ ਆ, ਉਹਨਾਂ ਦੇ ਚਿਹਰੇ ਮੋਹਰੇ ਆਮ ਲੋਕਾਂ ਵਰਗੇ, ਪਰ ਉਹ ਕੰਮ ਕਿਹਦਾ ਕਰਦੇ ਆ? ਉਹ ਏਜੰਸੀਆਂ ਰਾਹੀਂ ਮੋਦੀ ਦਾ ਕੰਮ ਕਰਦੇ ਆ। ਉਹ ਸਾਡੇ 'ਚ ਬਾੜ ਕੇ ਭੜਕਾਹਟ ਪੈਦਾ ਕਰਨਾ, ਸਾਡੀਆਂ ਸਟੇਜਾਂ ਤੇ ਵੀ ਕਈ ਵਾਰੀ ਭੜਕਾਹਟ ਪੈਦਾ ਕਰਨਾ, ਤਰ੍ਹਾਂ ਤਰ੍ਹਾਂ ਦੇ ਮੰਨ ਲਓ ਤਰੀਕੇ ਸਰਕਾਰ ਕੋਲੇ ਹੈਗੇ ਆ ਜਿਹੜੇ ਵਰਤ ਰਹੀ ਆ ਸਾਡੇ ਅੰਦੋਲਨ ਦੇ ਖਿਲਾਫ। ਇਸ ਤੋਂ ਬਿਨਾ ਜਿਹੜਾ ਆ ਮੀਡੀਆ, ਗੋਦੀ ਮੀਡੀਆ ਉਹਨੇ ਭਰਤੀ ਕੀਤਾ ਹੋਇਆ, ਉਹ ਤਾਂ ਧੂਆਂ ਧਾਰ ਦਿਨ ਰਾਤ ਆਪਦੇ ਮੋਰਚੇ ਤੇ ਡਟਿਆ ਹੋਇਆ। ਜਿਹੜੇ ਸੂਬਿਆਂ 'ਚ ਅੰਦੋਲਨ ਨਹੀਂ ਹੈਗਾ, ਉਹਨਾਂ ਸੂਬਿਆਂ 'ਚ ਲੋਕ ਮੰਨੀ ਬੈਠੇ ਆ ਵੀ ਕਿਸਾਨ ਤਾਂ ਉਹੀ ਰੌਲਾ ਪਾਈ ਜਾਂਦੇ ਆ, ਇਹ ਕਾਨੂੰਨ ਕਿਸਾਨਾਂ ਦੇ ਪੱਖ ਦੇ ਨੇ। ਦੇਖੋ ਜੀ, ਮੋਦੀ ਨੇ ਕਿਸਾਨਾਂ ਨੂੰ 6000 ਰੁਪਇਆ ਸਾਲ ਦਾ ਘਰੇ ਬੈਠੇ ਨੂੰ ਖਾਤਿਆਂ 'ਚ ਪਾਤਾ, ਸਬਸਿਡੀਆਂ ਦੇਤੀਆਂ ਤੇ ਬੀਮਾ ਕਰਤਾ, ਫਸਲਾਂ ਦਾ ਬੀਮਾ ਕਰਤਾ। ਕਿੰਨਾ ਕਿਸਾਨਾਂ ਦਾ ਫਾਇਦਾ ਕਰਤਾ ਵੀ ਇਹ ਤਾਂ ਕਿਸਾਨ ਉਹੀ ਰੌਲਾ ਪਾਈ ਜਾਂਦੇ ਆ। ਇਹ ਗੋਦੀ ਮੀਡੀਆ ਪ੍ਰਚਾਰ ਉਹਨਾਂ ਦਾ ਕਰ ਰਿਹਾ ਭਰਾਵੋ। ਇਹਦੇ ਤੋਂ ਬਿਨਾ ਮੋਦੀ ਨੇ ਕਹਿੰਦੇ IT ਸੈੱਲ ਬਣਾਇਆ ਹੋਇਆ, ਜਿਹੜੇ IT ਸੈੱਲ 'ਚ ਲਗਭਗ 35000 ਬੰਦਾ ਭਰਤੀ ਕੀਤਾ, ਜਿਨ੍ਹਾਂ ਦਾ 10 ਘੰਟੇ ਦਿਨ 'ਚ ਉਹਨਾਂ ਨੂੰ ਤਨਖਾਹ ਮਿਲਦੀ ਹੈ। ਉਹਨਾਂ ਦਾ ਕੰਮ ਇਹ ਹੈ ਕਿ ਜਿਹੜਾ ਕੋਈ ਸੋਸ਼ਲ ਮੀਡੀਆ ਤੇ ਸਾਡਾ ਕੋਈ ਚੱਲ ਰਿਹਾ, ਮੰਨ ਲਓ ਕਿਸਾਨ ਏਕਤਾ ਮੋਰਚਾ ਦਾ ਪੇਜ ਚੱਲ ਰਿਹਾ, ਉਹਦੇ ਤੇ ਸਾਡਾ ਕੋਈ ਲੀਡਰ ਬੋਲ ਰਿਹਾ, ਆਹ ਸਟੇਜ ਤੋਂ ਲਾਈਵ ਚੱਲ ਰਿਹਾ, ਇਹ ਤੇ ਸਾਡਾ ਕੋਈ ਆਗੂ ਬੋਲ ਰਿਹਾ, ਤਾਂ ਥੱਲੇ ਕਮੈਂਟ ਦੇ ਵਿੱਚ ਗਾਲਾਂ, ਉਹਦੇ ਬਾਰੇ ਮਾੜਾ ਸ਼ਬਦ, ਸਾਡੇ ਮੋਰਚੇ ਬਾਰੇ ਮਾੜੀਆਂ ਗੱਲਾਂ, ਉਹ ਲਗਾਤਾਰ ਆਉਣ ਲੱਗ ਜਾਣਗੇ। ਉਹ 35000 ਬੰਦਾ ਬੈਠਾ, ਉਹ 'ਚੋਂ ਜੇ 2000 ਬੰਦਾ ਵੀ ਇਹ ਕੁਝ ਕਰਨ ਲੱਗ ਜੇ, ਤਾਂ ਜਿਹੜੇ ਲੋਕ ਸਾਡੇ ਅੰਦੋਲਨ 'ਚ ਸ਼ਾਮਲ ਨਹੀਂ ਹੈਗੇ, ਜਿਹੜੇ ਜੁੜੇ ਹੋਏ ਨਹੀਂ, ਜਿਹੜੇ ਉਰੇ ਆਉਂਦੇ ਨਹੀਂ ਹੈ, ਉਹ ਕੋਈ ਆਪਦੇ ਕੰਮ ਤੇ ਬੈਠਾ ਦੂਰ ਬਾਹਰਲੇ ਮੁਲਕ 'ਚ, ਕੋਈ ਉਰੇ ਬੈਠਾ ਪੰਜਾਬ ਦੇ ਕਿਸੇ ਪਿੰਡ 'ਚ, ਕਿਸੇ ਸ਼ਹਿਰ 'ਚ, ਕੋਈ ਆਪਦਾ ਕਾਰੋਬਾਰ ਕਰ ਰਿਹਾ, ਕੋਈ ਦੁਕਾਨ ਚਲਾ ਰਿਹਾ, ਕੋਈ ਆਪਦਾ ਟਰੱਕ ਚਲਾ ਰਿਹਾ, ਕੋਈ ਟੈਕਸੀ ਚਲਾ ਰਿਹਾ, ਤੇ ਉਹ ਕਿਸ ਤਰ੍ਹਾਂ ਜੁੜੇ ਹੋਇਆ ਸਾਡੇ ਅੰਦੋਲਨ ਨਾਲ? ਉਹ ਵੀਰ ਵਿਚਾਰੇ ਉਹ ਸੋਸ਼ਲ ਮੀਡੀਆ ਦੇਖਦੇ ਆ ਮੋਬਾਈਲ ਕੱਢ ਕੇ, ਜਦੋਂ ਉਹਨਾਂ ਕੋਲੇ ਬੇਲ ਹੁੰਦੀ ਹੈ, ਜਦੋਂ ਕਿਸੇ ਟਰੱਕ ਵਾਲੇ ਵੀਰ ਨੂੰ, ਟੈਕਸੀ ਵਾਲੇ ਵੀਰ ਨੂੰ ਗੇੜਾ ਗੂੜਾ ਨਹੀਂ ਮਿਲਦਾ, ਉਹ ਕਿਤੇ ਬੇਲ 'ਚ ਬੈਠੇ ਹੁੰਦੇ ਆ, ਤਾਂ ਉਹ ਦੇਖਦੇ ਆ ਵੀ ਯਾਰ ਆਪਾਂ ਅੰਦੋਲਨ ਬਾਰੇ ਜਾਣਕਾਰੀ ਲਈਏ। ਸਾਧਨ ਕੀ ਹੈ? ਉੱਥੇ ਮੋਬਾਈਲ ਹੈ, ਮੋਬਾਈਲ ਖੋਲਦੇ ਆ, ਦੇਖਦੇ ਆ, YouTube ਦੇਖਦੇ ਆ, Facebook ਦੇਖਦੇ ਆ, ਹੋਰ ਤਾਂ ਉਹਦੇ 'ਚ ਕੀ ਦੇਖਦੇ ਆ ਵੀ ਆਹ ਲੀਡਰ ਬੋਲ ਰਿਹਾ, ਇਹਦੇ ਥੱਲੇ ਆਹ ਇੰਨੇ ਲੋਕ ਗਾਲਾਂ ਕੱਢ ਰਹੇ ਆ। ਤੇ ਉਹ ਕੌਣ ਹੈ? ਜਦੋਂ ਉਹਨੂੰ ਖੋਲ ਕੇ ਦੇਖਾਂਗੇ, ਤੁਸੀਂ ਉਹ ਗਾਲਾਂ ਕੱਢਣ ਵਾਲਿਆਂ ਦੇ ਪੇਜ ਖੋਲ ਕੇ ਦੇਖੋ, ਉਹ ਸਾਰੀਆਂ ਫੇਕ ਆਈਡੀਆਂ, ਜਾਲੀ ਸਾਰੇ ਅਕਾਊਂਟ ਬਣੇ ਹੋਏ ਆ, ਨਾਂ ਕਿਸੇ ਹੋਰ ਦਾ, ਉੱਤੇ ਫੋਟੋ ਕਿਸੇ ਹੋਰ ਦੀ, ਵਿੱਚ ਕੁਝ ਹੋਰ, ਪਤਾ ਹੀ ਨਹੀਂ ਲੱਗਦਾ ਵੀ ਕੌਣ ਕੀ ਹੈ। ਸੋ ਇਸ ਤਰ੍ਹਾਂ ਦਾ ਸਰਕਾਰ ਨੇ ਹੱਥ ਕੰਡੇ ਅਪਣਾਏ ਹੋਏ ਆ। ਸੋ ਸਾਨੂੰ ਪੂਰਾ ਦਿਮਾਗ ਖੋਲ ਕੇ ਤੇ ਸਾਰਾ ਦਿਮਾਗ ਵਰਤ ਕੇ, ਅੱਖਾਂ ਖੋਲ ਕੇ ਚੱਲਣ ਦੀ ਲੋੜ ਹੈ ਭਰਾਵੋ। ਕੋਈ ਵੀ ਗੱਲ ਹੁੰਦੀ ਹੈ, ਇਹ ਨਹੀਂ ਕਿ ਤੱਟ ਫੱਟ ਅਸੀਂ ਬੋਲਣਾ ਹੀ ਬੋਲਣਾ ਹੈ, ਕੋਈ ਅਸੀਂ ਨਾਲ ਦੀ ਨਾਲ ਐਕਸ਼ਨ ਕਰਨਾ ਹੀ ਕਰਨਾ ਹੈ। ਆਪਣੀ ਲੀਡਰਸ਼ਿਪ ਵੱਲ ਦੇਖੋ, ਮੋਰਚੇ ਦੀ ਲੀਡਰਸ਼ਿਪ ਵੱਲ ਦੇਖੋ, ਉਹਨਾਂ ਦੇ ਬਿਆਨ ਸੁਣੋ, ਉਹਨਾਂ ਨਾਲ ਗੱਲ ਕਰੋ, ਫੋਨ ਕਰੋ, ਮਿਲੋ, ਉਹਨਾਂ ਨੂੰ ਪਤਾ ਕਰੋ ਵੀ ਗੱਲ ਕੀ ਆ, ਫੇਰ ਤੁਹਾਨੂੰ ਅਸਲੀਅਤ ਦੇ ਦਰਸ਼ਨ ਹੋ ਸਕਦੇ ਆ ਭਰਾਵੋ। ਤੇ ਜਿਹੜੇ ਉਰੇ ਤੁਰੇ ਫਿਰਦੇ ਹੋ, ਉਹ ਤਾਂ ਤੁਹਾਨੂੰ ਵੈਸੇ ਹੀ ਤੁਹਾਨੂੰ ਪਤਾ ਵੀ ਜਾਣਕਾਰੀ ਵੀ ਹੈ ਕੀ ਆ, ਉਹ ਵਿਸ਼ਵਾਸ ਨਹੀਂ ਕਰਦੇ ਲੋਕ ਸੋਸ਼ਲ ਮੀਡੀਆ ਤੇ। ਇਸ ਕਰਕੇ ਸਾਨੂੰ ਸਾਡੀ ਸਾਰੀ ਤਾਕਤ ਇਹ ਅੰਦੋਲਨ ਨੂੰ ਲੜਨ ਤੇ ਇਹ ਅੰਦੋਲਨ ਨੂੰ ਸਾਹਮਣ ਤੇ ਲਾਉਣੀ ਪਊ, ਤਾਂ ਜੇਤੂ ਹੋਵਾਂਗੇ। ਤੇ ਆਖਰੀ ਗੱਲ, ਇਹ ਅੰਦੋਲਨ ਨੇ ਕਿੰਨਾ ਲੰਮਾ ਚੱਲਣਾ ਹੈ? ਬਹੁਤ ਸਾਰੇ ਲੋਕਾਂ ਦੇ ਸਵਾਲ ਆ ਭਰਾਵੋ। ਸਾਡੀ ਲੜਾਈ
किसी जिले के डीसी नाल नहीं है। साडी लड़ाई कुछ रियायतां लैण वास्ते नहीं है, साडी लड़ाई हैगी है ये पूरी सूरी नीति नूं पुट्ठा गेड़ा देण दी। साडे देश दे हाकमां राहीं वो कारपोरेट सैक्टर ने एक नीति बनाई है, जिहड़ी नीति पूरी दुनिया के अनाज नूं आपदे कंट्रोल च करन वास्ते उन्होंने यूरोप च लागू की, अमरीका च लागू की, ते साडे देश च वो लागू कर रहे हैं। वो पॉलिसी की है 1992 का गैट समझौता होया। गैट मतलब जरनल एग्रीमेंट ऑन ट्रेड एंड टैरिफ। वो गैट समझौते के तहत वो बड़े कारपोरेट घराने उन्होंने स्कीमां बनाईयां कि किवें असी दुनिया के लोगों को अपनी लुट दे विच लुट नूं अपनी वधा सकीए, उन्होंने शिकार बना सकीए। जिन्ने सरकारी महकमे जिन्ने उन्होंने काम सी अपने कंट्रोल च कर ले, ठेकेदारी सिस्टम च करके सारा कुछ वो कंपनियां दे कंट्रोल च है। PWD महकमा साडियां सड़कां बनाउंदा सी, अज किवें विदेशी कंपनियां ने आके टोल टैक्स ला ले क्योंकि उन्होंने कंट्रोल च हो गया। किवें बाहरलियां कंपनियां दे हस्पताल आके अज साडे बड़े बड़े शहरां च खुल गए, सरकारी हस्पताल खत्म हो गए। वो जिहड़ा 92 का गैट समझौता है वो ओहदी न्यों उदे रखी गई सी। तां भरावो इसे तरह साडी खेती है, वो खेती नूं वो समझदे आ एक बड़ा जिहड़ा व्यापार दा साधन। अज खेती की है, साडा सभ्याचार है, खेती साडे रहन सहन दा ढंग तरीका है, खेती साडा किता है, पिता पुरखी किता है। पर वो कंपनियां वाले वो कारपोरेट घराने किदां देखदे आ, वो कहंदे भी पहलां उन्हां दी जंग चलदी सी तेल वास्ते, खनिज पदार्थां वास्ते। जिहड़े मुल्क 'च तेल दे भंडार होने, खनिज पदार्थां दे भंडार होने, जिहड़े दुनिया दे बड़े मुल्क है G8 अमरीका, जर्मनी, रूस, चीन, होर इहो जिहे मुल्क, उन्हां 'च भेड़ हुंदा आपस दे विच। वो कुक्कड़ खोही जिहनूं कहंदे आ, ਉਹ ਆਪਸ ਦੇ ਵਿੱਚ ਲੜਦੇ ਇੱਕ ਦੂਜੇ ਨਾਲ ਜੰਗ ਯੁੱਧ ਕਰਦੇ ਵੀ ਮੈਨੂੰ ਵੱਧ ਇਲਾਕਾ ਚਾਹੀਦਾ, ਉਹ ਕਹਿੰਦਾ ਮੈਨੂੰ ਵੱਧ ਚਾਹੀਦਾ ਹੈ। ਤਾਂ ਭਰਾਵੋ ਸਾਡੇ ਮੈਂ ਦੋ ਉਦਾਹਰਨਾਂ ਦੇਵਾਂਗਾ। ਅਫਗਾਨਿਸਤਾਨ ਦੇ ਵਿੱਚ ਉੱਥੇ ਅਫਗਾਨਿਸਤਾਨ ਦੇ ਵਿੱਚ ਜਿਹੜੇ ਤੇਲ ਦੇ ਭੰਡਾਰ ਸੀ, ਉਹਨਾਂ ਤੇਲ ਦੇ ਭੰਡਾਰਾਂ ਤੇ ਕਬਜ਼ਾ ਕਰਨ ਵਾਸਤੇ ਅਮਰੀਕਾ ਨੇ ਉੱਥੇ ਹਮਲਾ ਕੀਤਾ। ਸਾਰਾ ਅਫਗਾਨਿਸਤਾਨ ਢਹਿ ਢੇਰੀ ਕਰਤਾ, ਅਖੀਰ ਨੂੰ ਤੇਲ ਦੇ ਖੂਹਾਂ ਤੇ ਕਬਜ਼ਾ ਕੀਤਾ। इस तरह इराक दे विच जिथे सदाम हुसैन नूं जिहड़ा उत्थे दा राष्ट्रपति सी वो फाहे लाया गया, दुनिया 'च पहली फांसी सी। नहीं तो अक्सर जो फांसी लगती है तो तुसीं देखदे हो फिल्मां 'च होर थां ते सुनिया भी होऊ, पढ़िया भी होऊ, जो फांसी लगती है जिहड़े बंदे नूं फांसी लगनी हुंदी है, जलाद की करदा है, उहनूं पहलां बाहां पिछे बन्नदा, फांसी दे तख्ते ते खड़ा करदा, फिर उहदे ते काला टोप पा के फिर गल 'च रस्सा पा के उहनूं फाहे लाउंदा बंदे नूं। ते ये दुनिया की पहली फांसी सी। सदाम हुसैन नूं फड़ के लिजाया गया, हथ पिछे बन के फांसी के तख्ते ते खड़ा किया गया। ते फांसी के तख्ते ते जो दो जलाद उहनूं खड़ा करते हैं, फांसी लाउंदे आ, फोटो आउंदी है, तां मित्रों फोटो देखियो, फोटो च की वखरा दूजी फांसी नालों। वो सदाम हुसैन नंगे मूँह है ते जिहड़े जलादां ने फाहा दिता मूँह टकिया होया। कारण की सीगा? वो सही बंदा सी, आपदे देश वास्ते लड़ रहा सी। ते जिहड़ा वो जलाद सीगे वो अमरीका ने इराक नूं तबाह कीता, तेल दे खूहां ते कब्जा करन लई वो साम्राजी मुल्कां दी आपसी खैह भेड़ दे विच उहनूं तबाह करके रखता ते वो बंदे नूं फाहे लाता जिहड़ा उहनां दे खिलाफ लड़ रहा सी। ते वो जिहड़े पैट्रोलीयम पदार्थ ने, खनिज पदार्थ ने, वो कंपनियां नूं पता, कारपोरेट घराणिਆਂ नूं पता कि कुछ समय 'च खत्म हो जाने हैं, ये साधन सीमित है। इस करके असी जे दुनिया ते सरदारी करनी है, आपदी लुट कायम रखनी है, तो ये जो खत्म हो गए, तेल खत्म हो गया, खनिज पदार्थ कोला वगैरह खत्म हो गए, फिर असी किहड़ी चीज़ नाल दुनिया ते कंट्रोल रखांगे, किवें लुटांगे। तो जिवें अक्सर आपां पिंडां 'च सुणदे हुंदे आ, जिहड़े बंदे दा कोई भी काम ना चले उहनूं सलाह की दिंदे हुंदे आ, तूं ऐ कर घरें करियाने की दुकान घरें खोल ला, बंदा रोटी खाणों तां नहीं हटूगा, तेरा तोरी फुलका चली जाऊ, जो होर नहीं तेरा चुल्हे का खर्चा चली जाऊ, तो चली भी जाता। आपां देखते हैं अक्सर। तो उन्होंने कारपोरेट घराणिਆਂ ने देखा कि जिहड़ा अनाज है ये इक्को एक इहो जी चीज़ है जिहड़े तो बिना बंदा सार नहीं सकता। किसी को गड्डी नहीं हो, बंदा बस चढ़ के चला जाऊ, किसी को मोबाइल नहीं हो, बंदा होर कोई साधन राही सार लूगा, कोठी नहीं हो, बंदा छन्न पा के रह लूगा, ते कपड़े नहीं होणगे, बंदा पुराने कपड़े नाल सार लूगा, पर अन्न नहीं होऊगा, बंदा जिउंदा नहीं रहना। इस करके
ਦੁਨੀਆ ਦਾ ਦੂਜੇ ਨੰਬਰ ਦਾ ਸਭ ਤੋਂ ਵੱਡਾ ਕਾਰੋਬਾਰ ਹੈ ਅਨਾਜ ਦਾ ਕਾਰੋਬਾਰ। ਤਾਂ ਜਿਹੜੇ ਵੱਡੇ ਮਗਰਮੱਛ ਨੇ ਉਹ ਦੁਨੀਆ ਦੀਆਂ 6 ਵੱਡੀਆਂ ਕੰਪਨੀਆਂ ਨੇ ਜਿਹੜੀਆਂ ਦੁਨੀਆ ਦੇ ਕੁੱਲ ਅਨਾਜ ਦਾ 98% ਲਗਭਗ ਕੰਟਰੋਲ ਕਰਦੀਆਂ ਨੇ। ਉਹਨਾਂ ਨੇ ਭਾਰਤ ਦੇ ਅਨਾਜ ਨੂੰ ਕੰਟਰੋਲ ਕਰਨ ਵਾਸਤੇ ਇਹ ਕਾਨੂੰਨ ਇਹ ਭਰਾਵੋ ਇਹ ਥੋਪੇ ਆ ਸਾਡੇ ਤੇ ਮੋਦੀ ਹੋਰਾਂ ਰਾਹੀਂ। ਦੁਨੀਆ 'ਚ ਸਭ ਤੋਂ ਵੱਧ ਜ਼ਮੀਨ ਉਹ ਅਮਰੀਕਾ ਕੋਲੇ ਆ ਖੇਤੀਬਾੜੀ ਦੀ ਜਿਹੜੀ ਜ਼ਮੀਨ ਹੈ। ਦੂਜੇ ਨੰਬਰ ਤੇ ਲਗਭਗ 3.5 ਕਰੋੜ ਏਕੜ ਜ਼ਮੀਨ ਭਾਰਤ ਕੋਲੇ ਆ ਖੇਤੀਬਾੜੀ ਦੀ ਜ਼ਮੀਨ। ਤੇ ਦੁਨੀਆ 'ਚ ਜਿਹੜਾ ਕਾਰੋਬਾਰ ਹੈ ਖੇਤੀ ਦਾ ਉਹ ਕਾਰੋਬਾਰ 'ਚ 1 ਨੰਬਰ ਤੇ ਭਾਰਤ ਹੈ। ਸਾਡੇ ਦੇਸ਼ 'ਚ 12 ਲੱਖ ਕਰੋੜ ਦਾ ਸਾਲਾਨਾ ਕਾਰੋਬਾਰ ਹੈ ਖੇਤੀ ਦਾ। ਇਹ ਸਾਡੀ ਜਿਹੜੀ ਉਹ ਜ਼ਮੀਨ ਹੈ 3.5 ਕਰੋੜ ਏਕੜ ਤੇ ਜਿਹੜਾ ਸਾਡਾ ਕਾਰੋਬਾਰ ਹੈ 12 ਲੱਖ ਕਰੋੜ ਦਾ ਸਾਲਾਨਾ, ਉਹਦੇ ਤੇ ਅੱਖ ਹੈ ਉਹ ਕਾਰਪੋਰੇਟ ਘਰਾਣਿਆਂ ਦੀ। ਤੇ ਪੰਜਾਬ ਕੋਲੇ ਸਿਰਫ 3.5% ਜ਼ਮੀਨ ਹੈ, ਉਹਦੇ ਚੋਂ 97 ਲੱਖ 316 ਏਕੜ ਜ਼ਮੀਨ ਹੈ ਸਾਡੇ ਕੋਲੇ ਪੰਜਾਬ ਕੋਲੇ ਖੇਤੀ ਕਰਨ ਜੋਗੀ। ਤੇ ਉਹਦੇ ਵਿੱਚੋਂ ਵੀ ਅਸੀਂ ਮੰਨ ਲਓ ਭਾਰਤ ਦੇ ਅਨਾਜ ਭੰਡਾਰ 'ਚ ਲਗਭਗ ਅੱਧਾ ਹਿੱਸਾ ਪਾਉਣੇ ਆ ਥੋੜੀ ਜ਼ਮੀਨ ਦੇ ਬਾਵਜੂਦ। ਇੱਥੇ ਅੱਖ ਹੈ ਮੋਦੀ ਹੋਰਾਂ ਦੀ, ਇੱਥੇ ਅੱਖ ਹੈ ਕਾਰਪੋਰੇਟ ਘਰਾਣਿਆਂ ਦੀ। ਤੇ ਆ ਅਨਾਜ ਦੇ ਕਾਰੋਬਾਰ ਤੇ ਕਬਜ਼ਾ ਕਰਨ ਵਾਸਤੇ ਭਰਾਵੋ ਉਹਨਾਂ ਨੇ ਆ ਕਾਨੂੰਨ ਬਣਾਏ ਹੈ। ਇਸ ਕਰਕੇ ਮੈਂ ਗੱਲ ਕਰ ਰਿਹਾ ਸੀ ਵੀ ਸਾਡੀ ਲੜਾਈ ਕਿੱਡੀ ਕੁ ਲੰਮੀ ਜਾਊ, ਕਿਹਦੇ ਨਾਲ ਲੜਾਈ ਹੈ। ਆ ਸਾਰਾ ਜਿਹੜਾ ਮੈਂ ਗੱਲ ਕਰੀ ਹੈ ਕਿ ਉਹ ਜਿਹੜੇ ਦੁਨੀਆ ਦੇ ਕਾਰੋਬਾਰੀ ਹੈ ਆਪਦੇ ਬੱਚਿਆਂ ਦੀ ਰੋਟੀ ਸੁਰੱਖਿਅਤ ਕਰਨ ਵਾਸਤੇ ਆਪਦੀ ਲੁੱਟ ਨੂੰ ਜਾਰੀ ਰੱਖਣ ਵਾਸਤੇ ਆ ਨੀਤੀ ਬਣਾਈ ਹੈ। ਉਹ ਕਾਰਪੋਰੇਟ ਘਰਾਣਿਆਂ ਨਾਲ ਸਾਡੀ ਲੜਾਈ ਹੈ, ਸੌਖੀ ਲੜਾਈ ਨਹੀਂ ਹੈ। 75 ਦੀ ਐਮਰਜੈਂਸੀ ਜਿਹੜੇ ਲੋਕਾਂ ਨੇ ਦੇਖੀ ਹੈ ਉਹ ਆਪਾਂ ਨੂੰ ਪਤਾ ਕਿ ਭਾਰਤ ਦੇ ਜਿਹੜੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਸੀ ਉਦੋਂ ਇੰਦਰਾ ਗਾਂਧੀ, ਸਾਡੀ ਲੜਾਈ ਉਹਦੇ ਨਾਲ ਸੀ। ਤੇ ਉਹ 2 ਸਾਲ ਦੇ ਲਗਭਗ ਜਿਹੜਾ ਸਾਡਾ ਮੋਰਚਾ ਚੱਲਿਆ, ਲੜਾਈ ਚੱਲੀ, ਜੇਲਾਂ ਕੱਟੀਆਂ ਲੋਕਾਂ ਨੇ। ਤੇ ਹੁਣ ਘੱਟੋ ਘੱਟ ਵੀ ਆਪਾਂ ਲਾਈਏ ਵੀ ਐਮਰਜੈਂਸੀ ਜੰਨੀ ਲੰਮੀ ਤਾਂ ਘੱਟੋ ਘੱਟ ਇਹਨੇ ਚੱਲਣੀ ਓ ਚੱਲਣੀ ਆ, ਛੋਟੀ ਲੜਾਈ ਥੋੜੀ ਆ ਇਹ। ਇਸ ਕਰਕੇ ਹੌਸਲਾ ਵੱਡਾ ਰੱਖੋ, ਆਪਦਾ ਨਿਸ਼ਚਾ ਵੱਡਾ ਰੱਖੋ, ਲੰਮੀ ਸੋਚ ਕੇ ਚੱਲੋ। ਤੇ ਕੋਈ ਵੀ ਖਰਚਾ ਕਰਨਾ ਹੈ, ਕੋਈ ਵੀ ਉਰੇ ਆਪਾਂ ਰਹਿਣ ਦਾ ਪ੍ਰੋਗਰਾਮ ਕਰਨਾ ਹੈ, ਆਉਣ ਜਾਣ ਦਾ ਪ੍ਰੋਗਰਾਮ ਕਰਨਾ ਹੈ, ਭਰਾਵੋ ਲੰਮਾ ਸੋਚੋ। ਗਰਮੀਆਂ ਦੇ ਪ੍ਰਬੰਧ ਹੋ ਗਏ, ਹੁਣ ਆਉਣ ਵਾਲੀਆਂ ਸਰਦੀਆਂ ਦੇ ਪ੍ਰਬੰਧਾਂ ਬਾਰੇ ਸੋਚੋ ਆਪਾਂ ਕਰਨਾ ਕਿਵੇਂ ਆ। ਸੋ ਇਹ ਬੇਨਤੀਆਂ ਨੇ ਕਿ ਇਹ ਮੋਰਚਾ ਇਸੇ ਤਰ੍ਹਾਂ ਜਾਰੀ ਰਹੂਗਾ, ਇਹਦੇ 'ਚ ਇਸੇ ਤਰ੍ਹਾਂ ਹਾਜ਼ਰੀ ਬਣਾਈ ਰੱਖੀਏ। ਲਾਜ਼ਮੀ ਆਪਾਂ ਜਿੱਤਾਂਗੇ। ਜਿਹੜੇ ਕਹਿੰਦੇ ਸੀ ਨਾ, ਜਿਵੇਂ ਆਪਣੇ ਗੁਰੂ ਸਾਹਿਬ ਨੇ ਵੀ ਕਿਹਾ ਸੀਗਾ ਕਿ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਬੇ ਲਾਲੋ, ਧਰਮ ਕਰਮ ਦੋਈ ਚੁੱਪ ਖਲੋਏ, ਕੂੜ ਫਿਰੇ ਪ੍ਰਧਾਨ ਬੇ ਲਾਲੋ। ਆ ਜਿਹੜਾ ਅੱਜ ਕੂੜ ਪ੍ਰਧਾਨ ਹੋਇਆ ਫਿਰਦਾ ਨਾ, ਇਹ ਕੂੜ ਨੂੰ ਅਸੀਂ ਆਪਦੇ ਏਕੇ ਨਾਲ ਆਪਦੇ ਸੰਘਰਸ਼ ਨਾਲ ਭਗਾ ਕੇ ਆਓ ਮਾਰਾਂਗੇ ਭਰਾਵੋ। ਡਟ ਕੇ ਰਹੋ। ਜੈ ਜਨਤਾ, ਜੈ ਸੰਘਰਸ਼, ਜਿੱਤ ਲੜਦੇ ਹੋਏ ਲੋਕਾਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।